ਪਿਆਰੇ ਵਿਦਿਆਰਥੀਓ, ਅੱਜ ਦੀ ਕਲਾਸ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਬੇਟਾ, ਅੱਜ ਮੈਂ ਤੁਹਾਨੂੰ ਬਲਵੰਤ ਗਾਰਗੀ ਦੀ ਰਚਨਾ ਰੱਬ ਦੀ ਪੌੜੀ ਕਰਾਵਾਂਗੀ। ਇਸ ਪਾਠ ਵਿੱਚ ਬਲਵੰਤ ਗਾਰਗੀ ਨੇ ਨਿਊਯਾਰਕ ਦੀ ਅੰਪਾਇਰ ਸਟੇਟ ਬਿਲਡਿੰਗ, ਜਿਹੜੀ ਕਿ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ, ਦਾ ਜ਼ਿਕਰ ਕੀਤਾ ਹੈ। ਹਾਂਜੀ, ਉਹ ਲਿਖਦੇ ਨੇ, ਹਰ ਰੋਜ਼ ਮੈਂ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਕੋਲ ਦੀ ਲੰਘਦਾ, ਜਿਸ ਦਾ ਨਾਂ ਅੰਪਾਇਰ ਸਟੇਟ ਬਿਲਡਿੰਗ ਹੈ, ਪਰ ਮੇਰਾ ਕਦੇ ਇਸ ਉੱਤੇ ਚੜ੍ਹ ਕੇ ਦੇਖਣ ਨੂੰ ਜੀ ਨਹੀਂ ਸੀ ਕੀਤਾ। ਨਿਊਯਾਰਕ ਵਿੱਚ ਸੈਂਕੜੇ ਚੀਜ਼ਾਂ ਦੇ ਨਾਲ ਇਹ ਸ਼ਬਦ ਜੁੜੇ ਹੋਏ ਹਨ। ਇਹ ਸਭ ਤੋਂ ਵੱਡੀ ਬੰਦਰਗਾਹ ਹੈ, ਇਹ ਸਭ ਤੋਂ ਵੱਡਾ ਅਮੀਰ ਆਦਮੀ ਹੈ, ਇਹ ਸਭ ਤੋਂ ਵੱਡਾ ਬਾਜ਼ਾਰ, ਇਹ ਸਭ ਤੋਂ ਵੱਡਾ ਥੀਏਟਰ, ਇਹ ਸਭ ਤੋਂ ਵੱਡਾ ਅਖਬਾਰ, ਇਹ ਸਭ ਤੋਂ ਵੱਡੀ ਸੱਟਾ ਮੰਡੀ ਹੈ। ਹਰ ਚੀਜ਼ ਵੱਡੀ, ਨਿੱਕੀ ਚੀਜ਼ ਤਾਂ ਕਿਤੇ ਕਿਤੇ ਦੇਖਣ ਨੂੰ ਮਿਲਦੀ ਹੈ। ਇੱਕ ਦਿਨ ਮੈਂ ਦੁਨੀਆ ਦੀ ਸਭ ਤੋਂ ਵੱਡੀ ਦੁਕਾਨ ਵਿੱਚ, ਜਿੱਥੇ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਵਿਕਦਾ ਹੈ, ਜਰਾਬਾਂ ਦਾ ਇੱਕ ਜੋੜਾ ਖਰੀਦਣ ਗਿਆ। ਸੋਚਿਆ, ਇਸੇ ਬਹਾਨੇ ਇਸ ਵੱਡੀ ਦੁਕਾਨ ਦਾ ਨਜ਼ਾਰਾ ਵੀ ਕਰ ਲਵਾਂਗਾ। ਮੈਂ ਟੋਕੀਓ ਤੇ ਪੈਰਿਸ ਦੇ ਵੱਡੇ ਸਟੋਰ ਦੇਖੇ ਸਨ। ਉਹਨਾਂ ਦੀ ਸਜਾਵਟ, ਸ਼ਿੰਗਾਰ, ਤਰਤੀਬ ਤੱਕ ਕੇ ਬਹੁਤ ਪ੍ਰਭਾਵਿਤ ਹੋਇਆ ਸਾਂ। ਟੋਕੀਓ ਦੇ ਇੱਕ 8 ਮੰਜ਼ਿਲਾ ਸਟੋਰ ਵਿੱਚ ਹਰ ਮੰਜ਼ਿਲ ਦੀ ਹਰ ਪੌੜੀ ਅੱਗੇ ਸਜੀ ਸਜਾਈ ਜਾਪਾਨੀ ਕੁੜੀ ਇਸ ਲਈ ਖੜ੍ਹੀ ਹੁੰਦੀ ਕਿ ਹਰ ਆਉਣ ਜਾਣ ਵਾਲੇ ਦਾ ਦੂਰੀ ਹੋ ਕੇ ਧੰਨਵਾਦ ਕਰੇ। ਗਾਹਕ ਚੀਜ਼ ਲਵੇ ਭਾਵੇਂ ਨਾ ਲਵੇ। ਸਟੋਰ ਦੇ ਵਿੱਚ ਰੈਸਟੋਰੈਂਟ, ਡਾਕਖਾਨਾ, ਫੁੱਲਾਂ ਦੀਆਂ ਕਿਆਰੀਆਂ ਅਤੇ ਬੱਚਿਆਂ ਦੇ ਦਿਲ ਪਰਚਾਵੇ ਲਈ ਚਿੜੀਆ ਘਰ ਵੀ ਸੀ। ਵਿਚਕਾਰ ਉੱਚੇ ਥੜੇ ਉੱਤੇ ਹੀਰਿਆਂ ਪੰਨਿਆਂ ਨਾਲ ਜੜੀ ਇੱਕ ਮੂਰਤੀ ਸੀ, ਜੋ ਗਾਹਕਾਂ ਨੂੰ ਖੁਸ਼ ਕਰਨ ਲਈ ਉੱਥੇ ਰੱਖੀ ਗਈ ਸੀ। ਨਿਊਯਾਰਕ ਦੀ ਇਸ ਵੱਡੀ ਦੁਕਾਨ ਦੇ ਬੂਹੇ ਵਿੱਚ ਵੜਦਿਆਂ ਸਾਰ ਪੰਛੀਆਂ ਦੀ ਚਹਿਚਹਾਟ ਸੁਣਾਈ ਦਿੱਤੀ। ਉੱਥੇ ਫੁੱਲਾਂ ਦੇ ਗੁਲਦਸਤੇ ਅਤੇ ਬੂਟੇ ਸਨ। ਜੀ ਖੁਸ਼ ਹੋ ਗਿਆ। ਬੜੀ ਭੀੜ ਸੀ। ਮੈਂ ਰਾਲਫ ਦੇ ਨਾਲ ਸਾਂ। ਅਸੀਂ ਦੋਵੇਂ ਗਾਹਕਾਂ ਦੀ ਭੀੜ ਨੂੰ ਚੀਰਦੇ ਹੋਏ ਜਰਾਬਾਂ ਵਾਲੇ ਵਿਭਾਗ ਵਿੱਚ ਪੁੱਜੇ। ਉੱਥੋਂ ਤੱਕ ਪਹੁੰਚਦੇ ਮੈਨੂੰ ਪਤਾ ਲੱਗਾ ਕਿ ਇਹ ਨਕਲੀ ਫੁੱਲਾਂ ਦੀ ਪ੍ਰਦਰਸ਼ਨੀ ਸੀ। ਪੰਛੀ ਵੀ ਨਕਲੀ ਸਨ। ਕਰਮਚਾਰੀਆਂ ਨੇ ਬੋਲਦੇ ਹੋਏ ਪੰਛੀਆਂ ਦੇ ਰਿਕਾਰਡ ਲਾਏ ਹੋਏ ਸਨ। ਰਾਲਫ ਨੇ ਦੱਸਿਆ ਕਿ ਰਿਕਾਰਡ ਵਿੱਚ ਵੀ ਅਸਲੀ ਪੰਛੀ ਨਹੀਂ ਸਨ ਬੋਲ ਰਹੇ। ਜੀ ਖਰਾਬ ਹੋ ਗਿਆ। ਜਰਾਬਾਂ ਵੇਚਣ ਵਾਲੇ ਵਿਭਾਗ ਦੇ ਨਿਗਰਾਨ ਨੂੰ ਆਪਣੇ ਮੇਜ਼ ਦੀ ਜਰਾਬ ਲਈ ਪੁੱਛਿਆ ਤਾਂ ਉਸਨੇ ਤਰ੍ਹਾਂ ਦੀਆਂ ਜਰਾਬਾਂ ਵੱਲ ਇਸ਼ਾਰਾ ਕੀਤਾ। ਮੈਂ ਉਹਨਾਂ ਵਿੱਚੋਂ ਇੱਕ ਚੁਣ ਲਈ ਅਤੇ ਮੁੱਠੀ ਮੀਚ ਕੇ ਜਰਾਬ ਦਾ ਮੇਚ ਲਿਆ ਅਤੇ ਪੁੱਛਿਆ, ਕੀ ਇਹ ਮੇਰੇ ਮੇਚ ਆ ਜਾਵੇਗੀ? ਨਿਗਰਾਨ ਨੇ ਕਿਹਾ, ਹੋਰਨਾਂ ਦੇ ਮੇਚ ਆਉਂਦੀ ਹੈ, ਤੇਰੇ ਕਿਉਂ ਨਹੀਂ ਆਵੇਗੀ? ਜੁੱਤੀਆਂ ਅਤੇ ਜਰਾਬਾਂ ਦੇ ਮੇਚ ਬਾਰੇ ਮੈਂ ਬੜਾ ਵਹਿਮੀ ਹਾਂ। ਜਰਾਬ ਨੂੰ ਚੰਗੀ ਤਰ੍ਹਾਂ ਤੱਕ ਕੇ ਅਤੇ ਹਿਸਾਬ ਲਾ ਕੇ ਮੈਂ ਫੈਸਲਾ ਕਰ ਲਿਆ ਕਿ ਇਸ ਨੂੰ ਖਰੀਦਾਂਗਾ। ਨਿਗਰਾਨ ਨੇ ਵੀ ਮੇਰੇ 5 ਮਿੰਟ ਇਸ ਤਰ੍ਹਾਂ ਚੀਜ਼ ਨੂੰ ਪਸੰਦ ਕਰਨ ਵਿੱਚ ਹੀ ਲਾਉਣ ਉੱਤੇ ਫੈਸਲਾ ਕਰ ਲਿਆ ਸੀ। ਇਹ ਆਖ ਕੇ ਕਿ ਮੈਂ ਇਹੋ ਜਰਾਬ ਖਰੀਦਾਂ, ਮੈਂ ਜਰਾਬ ਨੂੰ ਵੇਖਣ ਲੱਗਾ। ਨਵਾਂ ਟੋਕੀਓ ਤੋਂ ਆਇਆ ਸਾਂ। ਉੱਥੋਂ ਦੇ ਸਟੋਰ ਵਿੱਚ ਜੇ ਫੀਤਾ ਵੀ ਖਰੀਦਣਾ ਹੋਵੇ ਤਾਂ ਕਰਮਚਾਰੀ ਅੱਧਾ ਘੰਟਾ ਤੁਹਾਡੀ ਤਸੱਲੀ ਲਈ ਲਾ ਦਿੰਦੇ ਹਨ ਅਤੇ ਇਸ ਉੱਤੇ ਵੀ ਜੇ ਨਾ ਖਰੀਦੋ ਤਾਂ ਬੜੀ ਨਰਮੀ ਨਾਲ ਤੁਹਾਡਾ ਧੰਨਵਾਦ ਕਰਦੇ ਹਨ ਕਿ ਤੁਸੀਂ ਉਹਨਾਂ ਦੀ ਦੁਕਾਨ ਉੱਤੇ ਚਰਨ ਪਾਏ। ਮੈਂ ਜਰਾਬ ਦੇ ਜੋੜੇ ਨੂੰ ਖੋਲ੍ਹਣ ਲੱਗਾ। ਨਿਗਰਾਨ ਨੇ ਝੱਟ ਆਖਿਆ, ਪਹਿਲਾਂ ਪੈਸੇ ਰੱਖ, ਫੇਰ ਜਰਾਬਾਂ ਨੂੰ ਉਲਟਾਵੀਂ ਪਲਟਾਵੀਂ। ਪੈਸੇ ਦੇ ਕੇ ਮੈਂ ਜਰਾਬਾਂ ਨੂੰ ਤੈਅ ਕਰਕੇ ਜੇਬ ਵਿੱਚ ਪਾਇਆ। ਦੂਜੇ ਬੂਹੇ ਤੋਂ ਬਾਹਰ ਨਿਕਲਣ ਲਈ ਤੁਰਿਆ ਤਾਂ ਗਾਹਕਾਂ ਦੇ ਧੱਕਿਆਂ ਦੀ ਮਦਦ ਨਾਲ ਹੀ ਬਾਹਰ ਆ ਗਿਆ। ਦਿਨ ਦੇ 11 ਵਜੇ ਸਨ। ਸੂਰਜ ਚਮਕ ਰਿਹਾ ਸੀ।
ਚਿੱਟੀ ਧੁੱਪ ਨਾਲ ਨਿਊਯਾਰਕ ਦੀਆਂ ਬਿਲਡਿੰਗਾਂ ਲਿਪੀਆਂ ਹੋਈਆਂ ਸੁੰਦਰ ਲੱਗ ਰਹੀਆਂ ਸਨ। ਗਲੀ ਵਿੱਚੋਂ ਭਾਂਤ ਭਾਂਤ ਦੀ ਖਲਕਤ ਲੰਘ ਰਹੀ ਸੀ। ਆਕਾਸ਼ ਨੀਲਾ ਨੀਲਾ, ਅੰਪਾਇਰ ਸਟੇਟ ਬਿਲਡਿੰਗ ਦੀ ਉੱਚੀ ਬੁਰਜੀ ਲਿਸ਼ਕ ਰਹੀ ਸੀ। ਰਾਲਫ ਨੂੰ ਛੁੱਟੀ ਸੀ। ਸਾਡੇ ਕੋਲ ਕਾਫੀ ਸਮਾਂ ਸੀ। ਜਦੋਂ 5th ਐਵੀਨਿਊ ਦੀ 34ਵੀਂ ਗਲੀ ਕੋਲ ਦੀ ਲੰਘੇ ਤਾਂ ਉਸ ਆਖਿਆ, ਚੱਲ ਅੰਪਾਇਰ ਸਟੇਟ ਬਿਲਡਿੰਗ ਉੱਤੇ ਹੀ ਚੜ੍ਹ ਕੇ ਤੱਕ ਲਈਏ। ਮੈਂ ਇੱਥੇ ਰਹਿੰਦਾ ਹਾਂ, ਬਿਲਕੁਲ ਨੇੜੇ, ਪਰ ਕਦੇ ਨਹੀਂ ਤੱਕਿਆ। ਅਸੀਂ ਬਿਲਡਿੰਗ ਵੱਲ ਵਧੇ ਅਤੇ ਇਸ ਦੇ ਵੱਡੇ ਬੂਹੇ ਵਿੱਚ ਦਾਖਲ ਹੋ ਕੇ ਲਿਫਟ ਵਾਲੀ ਥਾਂ ਜਾ ਖਲੋਤੇ, ਜਿੱਥੇ ਯਾਤਰੀਆਂ ਦਾ ਇੱਕ ਵੱਡਾ ਟੋਲਾ ਖੜ੍ਹਾ ਬਿਲਡਿੰਗ ਉੱਪਰ ਜਾਣ ਦੇ ਲਈ ਟਿਕਟ ਖਰੀਦ ਰਿਹਾ ਸੀ। ਰਾਲਫ ਨੇ ਟਿਕਟ ਖਰੀਦੇ। ਅਸੀਂ ਸਾਰੇ ਇੱਕ ਵੱਡੀ ਲਿਫਟ ਵਿੱਚ ਬੈਠ ਗਏ, ਜੋ ਡਾਕ ਗੱਡੀ ਵਾਂਗ ਛੁੱਟੀ ਤੇ ਠੂਹ 80ਵੀਂ ਮੰਜ਼ਿਲ ਉੱਤੇ ਪਹੁੰਚ ਗਈ। ਇੱਥੋਂ 6 ਮੰਜ਼ਿਲਾਂ ਹੋਰ ਉੱਪਰ ਜਾ ਕੇ ਅਸੀਂ ਉੱਚੇ ਬੁਰਜ ਉੱਤੇ ਪੁੱਜ ਗਏ, ਜਿੱਥੋਂ ਸਾਰਾ ਨਿਊਯਾਰਕ ਦਿਸਦਾ ਹੈ। ਖੂੰਜਿਆਂ ਵਿੱਚ ਦੂਰਬੀਨਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਦੀ 40-40 ਮੀਲ ਆਲੇ ਦੁਆਲੇ ਦਾ ਨਜ਼ਾਰਾ ਦਿਸਦਾ ਹੈ। ਹੇਠਾਂ ਮਨਹਟਨ ਦਾ ਟਾਪੂ ਦਿਖਾਈ ਦਿੰਦਾ ਹੈ, ਜਿਸ ਵਿੱਚ ਡੱਬੀਆਂ ਵਰਗੇ ਘਰ ਹਨ। ਸੜਕਾਂ ਉੱਤੇ ਮੋਟਰਾਂ ਕੀੜੀਆਂ ਵਾਂਗ ਤੁਰਦੀਆਂ ਫਿਰਦੀਆਂ ਹਨ। ਹਡਸਨ ਦਰਿਆ ਅਤੇ ਪੂਰਬੀ ਦਰਿਆ ਦੇ ਗੰਧਲੇ ਸਲੇਟੀ ਪਾਣੀਆਂ ਨੇ ਟਾਪੂ ਨੂੰ ਵਗਲਿਆ ਹੋਇਆ ਹੈ, ਜਿਨ੍ਹਾਂ ਵਿੱਚ ਕਿਸ਼ਤੀਆਂ ਤੇ ਜਹਾਜ਼ ਖੜ੍ਹੇ ਰਹਿੰਦੇ ਹਨ। ਨਾਲ ਲੱਗਦੀ ਰਿਆਸਤ ਨਿਊ ਜਰਸੀ, ਉਸ ਤੋਂ ਪਰੇ ਫੈਕਟਰੀਆਂ, ਉਸ ਤੋਂ ਪਰੇ ਖੇਤ ਅਤੇ ਉਸ ਤੋਂ ਪਰੇ ਦੂਜੇ ਸ਼ਹਿਰ ਨਜ਼ਰ ਆਉਂਦੇ ਹਨ। ਇੱਥੇ ਪੁੱਜ ਕੇ ਹਵਾ ਦਾ ਦਬਾਅ ਬਦਲ ਜਾਂਦਾ ਹੈ। ਤਾਪਮਾਨ ਵਿੱਚ ਵਧੇਰੇ ਠੰਡ ਉੱਤਰ ਆਉਂਦੀ ਹੈ। ਇਸ ਤੋਂ ਉੱਪਰ 16 ਮੰਜ਼ਿਲਾਂ ਹੋਰ ਚੜ੍ਹ ਕੇ ਅਸੀਂ ਇਸ ਦੇ ਸਿਖਰ ਉੱਤੇ ਪੁੱਜ ਗਏ। ਧਰਤੀ ਤੋਂ 1250 ਫੁੱਟ ਉੱਚਾ ਇਸ ਉੱਤੇ ਹੋਰ ਉੱਚੀ ਬੁਰਜੀ ਹੈ, ਜਿਸ ਦੀ ਨੋਕ 1472 ਫੁੱਟ ਤੱਕ ਪੁੱਜਦੀ ਹੈ। ਕੁਤਬ ਦੀ ਲਾਟ ਤੋਂ ਚੌਗੁਣੀ ਉੱਚੀ 102ਵੀਂ ਮੰਜ਼ਿਲ ਦੇ ਜੰਗਲੇ ਵਿੱਚ ਖੜੋ ਕੇ ਦੂਰਬੀਨ ਨਾਲ ਅਸੀਂ ਵਿਸ਼ਾਲ ਧਰਤੀ 'ਤੇ ਇਸ ਦੇ ਬਦਲਦੇ ਰੰਗ ਰੂਪ ਤੱਕ ਰਹੇ ਸਾਂ। ਇੱਥੋਂ 80 ਮੀਲ ਦੂਰ ਤੱਕ ਦੀ ਚੀਜ਼ ਨਜ਼ਰ ਆਉਂਦੀ ਹੈ। ਜੇਕਰ ਸੂਰਜ ਚਮਕ ਰਿਹਾ ਹੋਵੇ ਤੇ ਅਸਮਾਨ ਨਿਖਰਿਆ ਹੋਵੇ, ਜਿਵੇਂ ਆਦਮੀ ਦਿੱਲੀ ਖੜ੍ਹਾ ਹੋਵੇ ਤੇ ਉਸਨੂੰ ਮਥੁਰਾ ਦਿਖਾਈ ਦੇ ਰਹੀ ਹੋਵੇ। ਇੱਥੇ ਖੜ੍ਹੇ ਅਸੀਂ ਹਡਸਨ ਦਰਿਆ ਦੇ ਨਿੱਕੇ ਜਿਹੇ ਟਾਪੂ ਵਿੱਚੋਂ ਉੱਭਰੀ ਹੋਈ ਆਜ਼ਾਦੀ ਦੀ ਦੇਵੀ ਦੀ ਮੂਰਤੀ ਵੀ ਤੱਕੀ। ਉੱਚੀ ਬਾਂਹ ਅਮਰੀਕਾ ਦੀ ਆਜ਼ਾਦੀ ਦੀ ਪ੍ਰਤੀਕ। ਆਮ ਦਿਨਾਂ ਵਿੱਚ ਇਸ ਬਿਲਡਿੰਗ ਦੀਆਂ ਸਿਖਰਲੀਆਂ ਮੰਜ਼ਿਲਾਂ 'ਤੇ ਬੁਰਜੀ ਬੱਦਲਾਂ ਵਿੱਚ ਲੁਕੇ ਰਹਿੰਦੇ ਹਨ। ਸਿਖਰਲੀ ਮੰਜ਼ਿਲ ਵਿੱਚ ਬੈਠੇ ਦਫ਼ਤਰ ਦੇ ਲੋਕ ਕੰਮ ਕਰ ਰਹੇ ਹਨ। ਇਹਨਾਂ ਦੀਆਂ ਖਿੜਕੀਆਂ ਤੋਂ ਹੇਠਾਂ ਬੱਦਲ ਹਨ ਜੋ ਮੀਂਹ ਵਰਾ ਰਹੇ ਹਨ। ਕਈ ਵਾਰ ਇਸ ਮੰਜ਼ਿਲ 'ਤੇ ਮੀਂਹ ਉਲਟਾ ਵਰਦਾ ਦਿਸਦਾ ਹੈ। ਤਾਪਮਾਨ ਦੇ ਬਦਲਣ ਤੇ ਲੋੜੇ ਦੀ ਉਚਾਈ ਹੋਣ ਕਰਕੇ ਵਰਖਾ ਦਾ ਰੰਗ ਵੀ ਸੁਰਖ ਸੁਰਖ ਨਜ਼ਰ ਆਉਂਦਾ ਹੈ। ਉੱਚੀ ਬੁਰਜੀ ਤੋਂ ਸਭ ਟੈਲੀਵਿਜ਼ਨ ਕੰਪਨੀਆਂ ਆਪਣੇ ਆਪਣੇ ਪ੍ਰੋਗਰਾਮ ਪ੍ਰਸਾਰਿਤ ਕਰਦੀਆਂ ਹਨ, ਜਿਨ੍ਹਾਂ ਨੂੰ ਨੇੜੇ ਤੇੜੇ ਦੀਆਂ 4 ਰਿਆਸਤਾਂ ਦੇ 52 ਲੱਖ ਦਰਸ਼ਕ ਦੇਖਦੇ ਹਨ। ਇਸ ਇਮਾਰਤ ਨੂੰ ਦੁਨੀਆ ਦਾ 8ਵਾਂ ਅਜੂਬਾ ਆਖਿਆ ਜਾਂਦਾ ਹੈ। ਇੱਥੋਂ ਦੇ ਪੁਰਾਣੇ ਮਾਹੀਗੀਰ ਇਸ ਨੂੰ ਰੱਬ ਦੀ ਪੌੜੀ ਆਖਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬਿਲਡਿੰਗ ਉਸ ਵੇਲੇ ਉਸਰੀ ਜਦੋਂ 1930 ਈਸਵੀ ਵਿੱਚ ਅਮਰੀਕਾ ਵਿੱਚ ਮੰਦਾ ਆਇਆ ਹੋਇਆ ਸੀ ਤੇ ਕੋਈ 2.5 ਗਜ਼ ਦਾ ਚੁਬਾਰਾ ਵੀ ਨਹੀਂ ਸੀ ਬਣਾਉਣਾ ਚਾਹੁੰਦਾ। 1 ਅਕਤੂਬਰ 1929 ਈਸਵੀ ਨੂੰ
ਪਹਿਲਾ ਟਰੱਕ ਇਸ ਥਾਂ ਦਾਖਲ ਹੋਇਆ ਤਾਂ ਜੋ ਇਸ ਥਾਂ 'ਤੇ ਬਣੇ ਹੋਟਲ ਨੂੰ ਢਾਹਿਆ ਜਾਵੇ। ਹੋਟਲ ਦਾ ਲੱਖਾਂ ਮਣ ਮਲਬਾ ਉਠਵਾ ਕੇ ਇੱਥੋਂ 55 ਫੁੱਟ ਡੂੰਘੀ ਨੀਂਹ ਖੋਦੀ ਗਈ ਅਤੇ ਉਸਾਰੀ ਦਾ ਕੰਮ ਸ਼ੁਰੂ ਹੋਇਆ। ਪੌਣੇ 2 ਸਾਲ ਦੇ ਅੰਦਰ ਅੰਦਰ ਇਹ ਬਚਿੱਤਰ ਮਹਿਲ ਤਿਆਰ ਹੋ ਗਿਆ। ਇਸ ਦੇ ਉਸਰਨ ਦੀ ਰਫ਼ਤਾਰ ਨੇ ਪੁਰਾਣੇ ਸਭ ਰਿਕਾਰਡ ਤੋੜ ਦਿੱਤੇ। 1930 ਈਸਵੀ ਵਿੱਚ ਉਸਾਰੀ ਦੇ ਇੰਨੇ ਨਵੀਨ ਯੰਤਰ ਅਤੇ ਸਾਇੰਸ ਦੀਆਂ ਇੰਨੀਆਂ ਕਾਢਾਂ ਨਹੀਂ ਸਨ ਜਿੰਨੀਆਂ ਅੱਜ ਕੱਲ੍ਹ ਹਨ। ਫਿਰ ਵੀ ਹਰ ਹਫ਼ਤੇ 4.5 ਮੰਜ਼ਿਲਾਂ ਤਿਆਰ ਹੋ ਜਾਂਦੀਆਂ। ਜਦੋਂ ਕੰਮ ਜ਼ੋਰਾਂ ਉੱਤੇ ਹੁੰਦਾ ਤਾਂ ਇੱਕ ਦਿਨ ਵਿੱਚ ਹੀ 1.5 ਮੰਜ਼ਿਲ ਉਸਰ ਜਾਂਦੀ। ਟਰੱਕ ਉਨਾ ਹੀ ਮਾਲ ਮਿਣ ਕੇ ਲਿਆਉਂਦੇ ਜਿੰਨਾ ਰਾਤੋਂ ਰਾਤ ਖਪ ਜਾਂਦਾ, ਕਿਉਂਕਿ ਫਾਲਤੂ ਸਮਾਨ ਲਿਆਉਣ ਨਾਲ ਆਲੇ ਦੁਆਲੇ ਦੀਆਂ ਗਲੀਆਂ ਦੇ ਰਾਹ ਰੁਕ ਜਾਣ ਦਾ ਡਰ ਸੀ। ਜਦੋਂ ਇਹ ਇਨਸਾਨੀ ਕਾਰੀਗਰੀ ਦਾ ਸ਼ਾਹਕਾਰ ਤਿਆਰ ਹੋਇਆ ਤਾਂ ਕਈ ਸਾਲ ਤੱਕ ਇਸ ਦੇ ਹਜ਼ਾਰਾਂ ਕਮਰੇ ਖਾਲੀ ਪਏ ਰਹੇ। 2-3 ਹੱਥਾਂ ਵਿੱਚ ਇਹ ਇਮਾਰਤ ਵਿਕੀ ਅਤੇ ਸੈਂਕੜ ਨਿਊਯਾਰਕ ਦੇ ਸ਼ਹਿਰੀਆਂ ਨੇ ਇਸ ਨੂੰ ਪ੍ਰਵਾਨ ਕਰ ਲਿਆ। ਇਸ ਵਿੱਚ ਸੈਂਕੜੇ ਦਫ਼ਤਰ ਹਨ ਜਿਨ੍ਹਾਂ ਵਿੱਚ ਹਜ਼ਾਰਾਂ ਆਦਮੀ ਕੰਮ ਕਰਦੇ ਹਨ। ਇਸ ਦੇ ਬਣਾਉਣ ਵਿੱਚ 60,000 ਟਨ ਫੌਲਾਦ ਖਰਚ ਹੋਇਆ। 8.5 ਮੀਲ ਲੰਮੀਆਂ ਪਾਣੀ ਦੀਆਂ ਨਾਲਾਂ ਅਤੇ 3500 ਮੀਲ ਲੰਮੀ ਟੈਲੀਫੋਨ ਅਤੇ ਟੈਲੀਗ੍ਰਾਫ ਦੀਆਂ ਤਾਰਾਂ ਵਰਤੀਆਂ ਗਈਆਂ ਹਨ। 74 ਲਿਫਟਾਂ ਹਨ। 2 ਲੱਖ ਕਿਲੋਵਾਟ ਬਿਜਲੀ ਹਰ ਮਹੀਨੇ ਖਰਚ ਹੁੰਦੀ ਹੈ। ਇਸ ਦੀਆਂ 6,500 ਖਿੜਕੀਆਂ ਨੂੰ ਮਜ਼ਦੂਰ ਦਿਨ ਰਾਤ ਸਾਫ਼ ਕਰਦੇ ਹਨ ਅਤੇ ਇੱਕ ਖਿੜਕੀ ਦੀ ਵਾਰੀ 15 ਦਿਨਾਂ ਪਿੱਛੋਂ ਆਉਂਦੀ ਹੈ। ਇੱਥੇ 1860 ਪੌੜੀਆਂ ਹਨ। 200 ਔਰਤਾਂ ਇਸ ਦੇ ਕਮਰਿਆਂ ਨੂੰ ਹਰ ਰੋਜ਼ ਸਾਫ਼ ਕਰਦੀਆਂ ਹਨ ਅਤੇ 35,000 ਦਰਸ਼ਕ ਇਸ ਉੱਤੇ ਚੜ੍ਹ ਕੇ ਨਿਊਯਾਰਕ ਦਾ ਨਜ਼ਾਰਾ ਮਾਣਦੇ ਹਨ। 90ਵੀਂ ਮੰਜ਼ਿਲ ਦੇ ਬੁਰਜ ਵਿੱਚ ਤੇਜ਼ ਰੌਸ਼ਨੀਆਂ ਜੜੀਆਂ ਹੋਈਆਂ ਹਨ ਜੋ ਰਾਤ ਵੇਲੇ ਚਾਨਣ ਦੀਆਂ ਧਾਰਾਂ ਵਗਾਉਂਦੀਆਂ ਹੋਈਆਂ ਘੁੰਮਦੀਆਂ ਹਨ। ਇਹ 300 ਮੀਲ ਦੀ ਵਿੱਥ ਤੋਂ ਨਜ਼ਰ ਆਉਂਦੀਆਂ ਹਨ। ਦੁਨੀਆ ਦੀ ਸਭ ਤੋਂ ਤੇਜ਼ ਰੌਸ਼ਨੀ। ਇਸ ਦੀ ਤਸਵੀਰ ਦੇ ਲੱਖਾਂ ਕਾਰਡ ਹੁਣ ਤੱਕ ਵਿਕ ਚੁੱਕੇ ਹਨ। ਕਈ ਫਿਲਮਾਂ ਵਿੱਚ ਇਸ ਨੂੰ ਦਿਖਾਇਆ ਜਾ ਚੁੱਕਾ ਹੈ ਅਤੇ ਵੱਡੇ ਵੱਡੇ ਲੀਡਰ, ਫਿਲਮ ਸਟਾਰ, ਦੁਨੀਆ ਦੇ ਮਹਾਨ ਚਿੱਤਰਕਾਰ ਅਤੇ ਵਿਦਵਾਨ ਇਸ ਉੱਤੇ ਚੜ੍ਹ ਕੇ ਧਰਤੀ ਦੀ ਵਿਸ਼ਾਲ ਝਾਤ ਪਾ ਚੁੱਕੇ ਹਨ। ਠੰਡੀ ਧੁੱਪ ਵਿੱਚ ਖੜ੍ਹੇ ਅਸੀਂ ਹੇਠਾਂ ਵਿਛੇ ਸ਼ਹਿਰ ਅਤੇ ਖਾੜੀਆਂ ਨੂੰ ਤੱਕਦੇ ਰਹੇ। ਹਰ ਚੀਜ਼ ਹਕੀਰ, ਨੀਵੀਂ ਅਤੇ ਛੋਟੀ ਨਜ਼ਰ ਆ ਰਹੀ ਸੀ। ਇੱਥੋਂ ਉਤਰ ਕੇ ਅਸੀਂ ਮੁੜ 86ਵੀਂ ਮੰਜ਼ਿਲ ਉੱਤੇ ਆਏ। ਹਵਾ ਦੇ ਠੰਡੇ ਬੁੱਲਿਆਂ ਤੋਂ ਬਚਣ ਲਈ ਅੰਦਰ ਸ਼ੀਸ਼ੇ ਦੇ ਬਣੇ ਕੈਫੇ ਵਿੱਚ ਚਲੇ ਗਏ ਅਤੇ ਗਰਮ ਹੈਮਬਰਗਰ ਖਾਧੇ। ਇਸ ਨਜ਼ਾਰੇ ਪਿੱਛੋਂ ਵੱਡੀ ਦੁਕਾਨ ਦੀ ਬੇਸਵਾਦੀ ਦੂਰ ਹੋ ਗਈ। ਮੈਂ ਨਵੀਆਂ ਜਰਾਬਾਂ ਜੇਬ ਵਿੱਚੋਂ ਕੱਢ ਕੇ ਪਾਈਆਂ ਜੋ ਵਾਕਈ ਮੇਰੇ ਮੇਚ ਆ ਗਈਆਂ। ਸੋ ਪਿਆਰੇ ਵਿਦਿਆਰਥੀਓ, ਉਮੀਦ ਹੈ ਕਿ ਤੁਹਾਨੂੰ ਇਸ ਬਿਲਡਿੰਗ ਬਾਰੇ ਬਹੁਤ ਹੀ ਚੰਗੀ ਤਰ੍ਹਾਂ ਤੁਸੀਂ ਜਾਣ ਗਏ ਹੋਵੋਗੇ ਅਤੇ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋਇਆ ਹੋਵੇਗਾ।